ग्रह में है कोई जागत रहे, कोई जागत रहे। इस ग्रह में है कोई जागत रहे, कोई जागत रहे। साबत वसत ओह अपनी लहै रहाओ, साबत वसत ओह अपनी लहै रहाओ। ਅਸੀਂ ਰਹਾਓ ਸਾਫ਼ ਕਰ ਰਹੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਹੈ 182, पेज 182, गौड़ी ग्वारेरी महला पंजवें का शब्द। पिछली सीडी का लिंक जोड़ लियो और इस शब्द का असी ज्ञान लेना शुरू किया सी। इस ग्रह में कोई जागत रहे, कोई जागत रहे। ਗ੍ਰਹਿ ਨੂੰ ਘਰ ਨਹੀਂ ਸਮਝਣਾ, ਸਾਡੀ ਬਾਉੜੀ ਹੈ, ਇਹਦੇ ਅੰਦਰ ਸਾਡਾ ਮਨ ਸੋਏ ਆ ਮਾਇਆ 'ਚ। ਸਾਡੀਆਂ ਅੱਖਾਂ ਸੁੱਤੀਆਂ, ਸਾਡੇ ਕੰਨ ਸੁੱਤੇ, ਸਾਡੀ ਰਸਨਾ ਸੌਂ ਜਾਂਦੀ ਹੈ, ਔਰ ਮਨ ਜਿਹੜਾ ਅੰਦਰ ਸੁੱਤਾ ਉਹ ਤੇ ਬੇਹੋਸ਼ ਹੀ ਪਿਆ ਹੈ, ਜਿੱਦਾਂ ਅੱਤ ਸ਼ਰਾਬ ਪੀਤੀ ਹੁੰਦੀ ਮਾਇਆ ਦੀ। ਹੁਣ ਕੋਈ ਲੋਟ, ਉਹਨੂੰ ਕੋਈ ਸੁੱਧ ਨਹੀਂ ਹੈ। ਇਸ ਕਰਕੇ ਇੱਥੇ ਰਹਾਉ ਲਾਇਆ ਮਹਾਰਾਜ ਨੇ ਇਸ ਜਿਸਮ ਵਿੱਚ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਕੋਈ ਜਾਗਤ ਰਹੇ। ਤੂੰ ਬੰਦਾ ਜਾਗਦਾ ਹੁੰਦਾ, ਸੌਂਦਾ ਹੁੰਦਾ ਸਾਰਾ, ਲੇਕਿਨ ਇਹ ਮਨ ਦਾ ਜਾਗਣਾ ਤੇ ਮਨ ਦਾ ਸੌਣਾ ਹੈ ਅੰਦਰਲੇ ਦਾ। ਇਸ ਗ੍ਰਹਿ ਮੈਂ ਕੋਈ जागत रहे, कोई जागत रहे। साबत वसत, ਉਹ ਸਾਬਤ ਵਸਤ ਕੀ ਹੈ ਜਿਹੜੇ ਨੇ ਮਾਨਸ ਜਨਮ ਮਿਲਿਆ ਸੀ ਇਹਨੂੰ, ਉਹ ਐਸਾ ਵਸਤ ਜਿਹੜੀ ਇਹਦੇ ਨਾਲ ਜਾਣੀ ਹੈ। ਸਾਥ ਨਾ ਚਾਲੈ ਲਾਖ ਕਰੋੜੈ, प्रभ जी को नाम अंत पुकरूरै। साथ न चाले बिन भजन, मिथ्या सगली स्वात मिट्टी सगली शार। और हर हर नाम कमावना, नानक ए धन सार। श्लोक है सुखमनी साहब का, ਜਿਹਦੇ ਇੰਨੇ ਅਸੀਂ ਪਿਆਰ ਸਤਿਕਾਰ ਨਾਲ ਪਾਠ ਕਰ ਰਹੇ ਹਾਂ। ਆਪਦਾ ਸ਼ਲੋਕ ਹੀ ਕਹਿ ਰਿਹਾ, ਸਾਥ ਨਾ ਚਾਲੇ ਬਿਨ ਭਜਨ, ਬੇਖਿਆ ਜ਼ਹਿਰ ਹੈ, ਸਗਲੀ ਸਵਾਹ ਤੇ ਮਿੱਟੀ ਹੈ ਬਾਕੀ ਚੀਜ਼। ਔਰ ਕੀ ਨਾਲ ਜਾਣਾ, ਜਿਹੜਾ ਤੂੰ ਰਿਪੀਟ ਕਰ ਕਰਕੇ ਪਰਮੇਸ਼ਰ ਦਾ ਨਾਮ ਜਪਦਾ, ਉਹ ਨਾਲ ਜਾਂਦਾ ਹੈ। ਸਾਥ ਨਾ ਚਾਲੇ ਬਿਨ ਭਜਨ, ਔਰ ਉਹੀ ਸਾਡਾ ਭਜਨ ਹੈ ਪਰਮੇਸ਼ਰ ਦਾ ਨਾਮ। ਜੀਵ ਨਾਲ ਰਿਪੀਟ ਕਰ ਕਰਕੇ ਜਪਣਾ, ਇੱਕ ਅੱਖਰ ਤੇ ਭਗਤੀ ਕਰਨੀ। ਸਾਥ ਨ ਚਾਲੇ ਬਿਨ ਭਜਨ, ਮਿਥਿਆ ਸਗਲੀ ਸ਼ਾਰ। ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਾਰ। ਧਨ ਲੋਕਾਂ ਕਹਿਰੀ ਜਿਹੜਾ ਤੂੰ ਜੋੜਿਆ, ਗੁਰੂ ਬਾਬਾ ਨਾਨਕ ਕਹਿ ਰਿਹਾ ਧਨ ਲੋਕਾਂ ਕਹਿਰੀ। ਅੱਜ ਨੂੰ ਜਿਸਮ ਨੂੰ ਤੂੰ ਸਾਂਭ ਰੱਖ ਰਿਹਾ, ਸਾਂਭ। ਪਰ ਇਹਦੇ ਨੇ ਜਿਹੜੀ ਬੰਦਗੀ ਕੀਤੀ ਉਹ ਨਾਲ ਜਾਣੀ ਹੈ। ਨਹੀਂ ਤੇ ਜਿਹੜਾ ਤਾਨਾ ਹੈ ਭਸਮੇ ਢੇਰੀ, ਇਹ ਚੇਖਾ ਤੇ ਰੱਖ ਦੇਣਾ, ਇਹ ਸੜ ਜਾਣਾ ਸਿਖਾ 'ਚ। ਤੇਰੇ ਪੱਲੇ ਕੀ ਪਿਆ ਜਿਹੜਾ ਤੂੰ ਸੂਖਸ਼ਮ ਸਰੂਰ ਅੰਦਰ ਗਾਂਹ ਜਾਂਦਾ ਹੈ, ਉਹਦੇ ਨਾਲ ਜਿੰਨਾ ਨਾਮ ਜਪਿਆ ਹੋਵੇ ਉਹ ਅੱਗੇ ਜਾਂਦੇ ਹੈ। ਔਰ ਉਸ ਚੀਜ਼ ਨੂੰ ਤੂੰ ਜਿੰਦੇ ਜਿਹੀ ਵਿਹਾਜ ਲੈ। ਇਹ ਸਾਬਤ ਵਸਤੇ ਉਹ ਆਪਣੀ ਲੈ, ਉਹ ਪੂਰੀ ਦੀ ਪੂਰੀ ਵਸਤ ਲੈ ਜਾਏਗਾ।
ਲੇਕਿਨ ਆ ਹੁਣ ਇੰਦਰੇ ਦੱਸਣਗੇ ਵੀ ਸਾਡੇ ਜਿਹੜੀਆਂ ਅੱਖਾਂ ਹੈ, ਸਾਡੇ ਕੰਨ ਹੈ, 2 ਅੱਖਾਂ 2 ਕੰਨ ਔਰ ਇੱਕ ਜੀਭ ਹੈ, ਮਿੱਠੇ ਸਵਾਦਾਂ 'ਚ ਪਈ, ਅੰਦਰ ਮਨ ਜਿਹੜਾ ਉਹ 'ਚ ਬੇਹੋਸ਼ ਪਿਆ ਹੈ। ਇਸ ਕਰਕੇ ਇਹ ਜਿਹੜੀ ਚੀਜ਼ ਹੈ, ਉਸ ਜਿਹੜੀ ਵਸਤ ਅੰਦਰ ਸਾਨੂੰ ਵਿਆਜਣ ਆਏ ਸੀ ਅਸੀਂ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ ਸਭ ਮੁੱਕਦੀ ਚੱਲੀ ਰਹਿਣ ਦਾ ਮਤਲਬ ਉਮਰ। ਇਸ ਕਰਕੇ ਤੂੰ ਜਿਸ ਕੰਮ ਆਇਆ ਹੈ ਉਹ ਤੂੰ ਉਹ ਵਿਹਾਜਣੀ, ਉਹਨੂੰ ਵਸਤ ਕਿਹਾ, ਅੰਦਰਲੀ ਸਾਬਤ ਵਸਤ, ਨਹੀਂ ਤੇ ਬਾਕੀ ਸਾਬਤ ਕਿਉਂ ਕਿਹਾ ਹੈ? ਬਾਕੀ ਜਿੰਨੇ ਵੀ ਕੋਈ ਕਰਦਾ ਹੈ ਨਾਮ ਜਪਣ ਤੋਂ ਬਗੈਰ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੱਜ ਕੇ ਲੁੱਟਦੇ ਹੈ। ਉਸ ਬੰਦੇ ਨੂੰ ਤੇ ਜੇ ਗਾਂ ਵੀ ਜਾਂਦਾ ਤੇ ਗਾਂ ਜਮਦੂਤ ਵੀ ਲੁੱਟਦੇ ਉਹਨੂੰ। ਫਿਰ ਜੋ ਪੈਂਡੇ ਲੂਟੀ ਪਨਹਾਰੀ ਸੋ ਮਾਰਗ ਸੰਤਨ ਦੋਰਾਰੀ। ਇਸ ਕਰਕੇ ਸਤਿਗੁਰ ਪੂਰੇ ਸਾਚ ਕਹਿਆ, ਨਾਮ ਤੇਰੇ ਕੀ ਮੁਕਤੇ ਬੀਥੀ, ਜਮ ਕਾ ਮਾਰਗ ਦੂਰ ਰਿਹਾ। ਇਸ ਕਰਕੇ ਜਿਹੜੀ ਵਸਤ ਵਿਹਾਜਣ ਵਾਲੀ ਹੈ ਤੂੰ ਅਧੂਰੀ ਨਾ ਲਿਜਾ, ਆਪਣੀ ਲੁੱਟ ਤੂੰ ਬਾਅਦ ਅੰਦਰ ਤੇਰੇ ਆਵਰ ਪੰਜ ਹਮ ਏਕ ਜਨਾ, ਕਿਉਂ ਰਾਖੂੰ ਘਰ ਬਾਹਰ ਮਨਾ, ਮਾਰੇ ਲੂਟੇ ਨੀਤ ਨੀਤ ਕਿਸੇ ਆਗੇ ਕਰੀ ਪੁਕਾਰ ਜਨਾ। ਬਾਬੇ ਨਾਨਕ ਦਾ ਸ਼ਬਦ ਹੈ। ਅੱਗੇ ਜੋ ਜਵਾਬ ਦਿੰਦੇ ਹੈ, ਸਾਰੀ ਰਾਮ ਨਾਮਾ ਉਚਰ ਮਨਾ, ਆਗੇ ਜਮਦਲ ਵਿਖਮ ਗਨ। ਨਾਮ ਉਚਰ ਲੈ, ਉਹ ਤੇਰੇ ਨਹੀਂ ਤੇ ਜਮ ਪੈਣਗੇ। ਔਰ ਜਮਾ 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 ਅਵਸਥਾ ਇੱਥੇ ਵੀ ਤੂੰ ਲੁਟਾਈ ਜਾਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਮਰਨ ਤੋਂ ਬਾਅਦ ਜਮ ਵੀ ਜੂਨੀ 'ਚ ਹੈ, ਉਹ ਵੀ ਤੇਰੇ ਭਲੇ ਕੰਮ ਨੇ ਜਿਹਨੇ ਤੂੰ ਕੀਤੇ ਉਹਨਾਂ ਨੇ ਰਾਹ 'ਚ ਲੁੱਟੀ ਜਾਣਾ। ਲੇਕਿਨ ਇੱਕ ਚੀਜ਼ ਆ ਜਿਹੜੀ ਲੁੱਟੀ ਨਹੀਂ ਜਾ ਸਕਦੀ ਔਰ ਭਗਤੋਂ ਸਾਬਤ ਲਿਜਾਂਦਾ ਹੈ, ਉਹ ਹੈ ਨਾਮ ਵਾਲੀ ਵਸਤੂ। ਸਾਬਤ ਵਸਤ ਆਪਣੀ ਰਹਾਉ ਲਾਇਆ, ਜਿਹੜਾ ਇਹਨਾਂ ਇੰਦਰੀਆਂ ਤੇ ਕੰਟਰੋਲ ਕਰ ਜਾਂਦਾ, ਅੱਖਾਂ ਤੇ, ਕੰਨਾਂ ਤੇ, ਰਸਨਾ ਤੇ, ਮਨ ਤੇ। ਇੰਦਰੀ ਉਹਦੀ ਵਸ ਹੁੰਦੀ ਹੈ, ਇਸ ਕਰਕੇ ਉਹਦੀ ਸਾਬਤ ਗਾਂ ਵਸਤ ਜਾਂਦੀ ਹੈ। ਔਰ ਉਹਦਾ ਮਨ ਜਾਗਿਆ ਹੁੰਦਾ। ਇਸ ਗ੍ਰਹਿ ਕੋਈ ਜਾਗਤ ਰਹੇ, ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਰਹਾਉ, ਸਾਬਤ ਵਸਤ ਉਹ ਆਪਣੀ ਰਹੇ। ਇਸ ਗ੍ਰਹਿ ਮੇਂ ਕੋਈ ਜਾਗਤ ਰਹੇ, ਕੋਈ ਜਾਗਤ ਰਹੇ। ਅੱਖਾਂ ਸੌਂ ਜਾਂਦੀਆਂ ਹੈ, ਸਾਡੇ ਆਖੇ ਨਹੀਂ ਲੱਗਣਗੀਆਂ। ਜਿੰਨੇ ਭੈੜੇ ਦ੍ਰਿਸ਼ਟ, ਨਿਊਡ ਫੋਟੋ, ਜਿੰਨੀਆਂ ਜੋ ਅੱਜ ਕੱਲ੍ਹ ਚੱਲ ਰਿਹਾ ਅਖਬਾਰਾਂ 'ਚ ਵੀ ਸਭ ਮਾਰ ਨਿਊਡ, ਉਹ ਸਾਰੀਆਂ ਅੱਖਾਂ ਐਸੀਆਂ ਗਿੱਜਣੀਆਂ, ਤੁਸੀਂ ਹਟਾਓਗੇ ਵੀ ਤਾਂ ਵੀ ਨਹੀਂ, ਤੁਸੀਂ ਦੇਖਣੋਂ ਬੰਦ ਹੋਗੇ। ਭੈੜੀ ਦ੍ਰਿਸ਼ਟ ਨਾ ਜਿਹੜਾ ਇਹ ਅੱਖਾਂ ਸੌਂ ਜਾਂਦੀਆਂ, ਫਿਰ ਬੰਦਾ ਲੱਖ ਜ਼ੋਰ ਲਾਏ ਤਾਂ ਵੀ ਨਹੀਂ ਹਟਦੀਆਂ। ਇਸ ਕਰਕੇ ਇਹਨਾਂ ਦਾ ਅਸਰ ਪੈਂਦਾ ਮਨ ਦੇ ਉੱਤੇ ਦੇਖਣ ਦਾ। ਇਸ ਕਰਕੇ ਇਹ ਜਿਹੜੇ ਇੰਦਰੇ ਹੈ, 2 ਅੱਖਾਂ 2 ਕੰਨ 4 ਤੇ 4 ਹੱਥ ਪੈਰ। ਉਧਰ ਮਨ ਨੇ ਹੁਕਮ ਕੀਤਾ ਨਹੀਂ, ਅੱਖ ਭੈੜਾ ਦ੍ਰਿਸ਼ਟ ਦੇਖਿਆ ਨਹੀਂ, ਪੈਰਾਂ ਨਾਲ ਚੱਲਿਆ ਨਹੀਂ, ਉਹਨੂੰ ਉਹ ਬੁਰਾ ਕੰਮ ਕਰਨ ਦੇਖਿਆ ਨਹੀਂ, ਹੱਥਾਂ ਨੇ ਨਹੀਂ ਤੁਹਾਡੇ ਵਾਸ ਰਹਿਣ, ਇਹਨਾਂ ਨੇ ਵੀ 100 ਬੁਰੇ ਕੰਮ ਕਰਨੇ ਜਾ ਕੇ। ਇਸ ਕਰਕੇ ਜੋ ਅੱਜ ਕੱਲ੍ਹ ਮੈਂ ਸਾਫ਼ ਕਹਾਂਗਾ, ਜੋ ਅੱਜ ਕੱਲ੍ਹ ਨਾਈਟ ਕਲੱਬਾਂ 'ਚ ਹੋ ਰਿਹਾ ਹੈ ਔਰ ਸਾਡਾ ਗੜਿਆ ਜਾ ਰਿਹਾ ਹੈ, ਹਿੰਦੁਸਤਾਨ ਦੇ ਨੌਜਵਾਨ ਬੱਚੇ ਔਰ ਸਾਰੇ ਇੱਥੇ ਵੀ ਹੈ, ਲੇਕਿਨ ਪੰਜਾਬ 'ਚ ਵੀ ਇਹ ਹਨੇਰੀ ਫਿਰ ਗਈ ਹੈ। ਸਾਰੇ ਬੰਨੇ ਆ, ਸਾਰੀਆਂ ਆਹ ਚੀਜ਼ਾਂ ਵੱਸ 'ਚ ਨਹੀਂ ਰਹੀਆਂ ਉਹਨਾਂ ਦੇ। ਔਰ ਉਹ ਕੰਮ ਕਰ ਰਿਹਾ 9 ਕਰਮ ਇੰਦਰੀਆਂ ਨਾਲ ਬੁਰੇ ਕੰਮ ਕਰਦੇ ਹਾਂ ਅਸੀਂ। ਇਸ ਕਰਕੇ 9 ਇੰਦਰੇ ਹੈ ਜੋ ਕੰਮ ਕਰਨ ਲਈ। 2 ਅੱਖਾਂ 2 ਕੰਨ 4 ਹੱਥ ਪੈਰ 8 ਇੱਕ ਪੁਆੜੇ ਦੀ ਜੀਭ ਜਿੰਦਾ। ਇਸ ਕਰਕੇ ਵੱਡੀ ਸਾਰੀ ਬਾਣੀ 'ਚ ਆਉਂਦੀ ਹੈ ਵੀ ਰਸਨਾ ਸੌਂ ਗਈ ਹੈ ਤੇਰੀ। ਲੱਖ ਪਤਾ ਕਾ ਲੱਖ
ਅੰਦਰੋਂ ਆਵਾਜ਼ ਆਵੇ ਉਹ ਤੈਨੂੰ ਸ਼ੂਗਰ ਹੋਈ ਹੈ, ਜਾਣ ਦੇ ਮਠਿਆਈ ਨਾ, ਬਸ ਫਿਰ ਲੱਡੂ ਚੱਕ ਕੇ ਮੂੰਹ 'ਚ ਪਾੜਨਾ, ਜਲੇਬੀ। ਇਸ ਕਰਕੇ ਰਸਨਾ ਵੱਸ 'ਚ ਨਹੀਂ ਰਹਿੰਦੀ। ਹਰ ਇਨਸਾਨ ਇਸ ਵੇਲੇ ਇਸ ਸਟੇਜ 'ਤੇ ਦੇਖ ਸਕਦਾ ਵੀ ਕਿੱਦਾਂ ਇਹ ਬੜਿਆਂ ਬੜੇ ਕਹਿ ਰਹੇ ਨੇ ਸਾਰੇ ਵੀ ਕੰਟਰੋਲ ਯੂਰ ਪਲੇਟ। ਪਲੇਟ ਜੋ ਚੀਜ਼ ਆਏ ਤੂੰ ਦੇਖ ਕੇ ਅਡਾਪਟ ਕਰਦਾ। ਬਾਬਾ ਗੁਰੂ ਅਮਰਦਾਸ ਸਾਹਿਬ ਕਹਿੰਦੇ ਭੱਖ ਕਹਿੰਦੀ ਆ ਗੂੰ ਖੇਸ ਨੂੰ, ਪੈੜੀ ਚੀਜ਼ ਨੂੰ। ਭੱਖ ਅਭੱਖ ਸਭ ਖਾਏ, ਇਹ ਮਨਮੁਖ ਕਾ ਆਚਾਰ। ਤੂੰ ਮਨ ਦੇ ਆਖੇ ਲੱਗ ਕੇ ਖਾਣਾ, ਗੁਰਮੁਖ ਦਾ ਚਾਲ ਚੱਲਣ ਨਹੀਂ ਹੈ। ਭੱਖ ਅਭੱਖ ਸਭ ਖਾਏ, ਇਹ ਮਨਮੁਖ ਕਾ ਆਚਾਰ। ਸਾਡੇ ਤੇ ਪੌੜੀ ਆਉਂਦੀ, ਸੇਵ ਕੀਤੀ ਸੰਤੋਖਈ, ਜਿਹਨੇ ਸੱਚੋ ਸੱਚ ਤੇ ਆਇਆ ਉਹਨੂੰ ਬੰਦੇ ਪੈਰ ਨਾ ਰੱਖ। ਬੰਦਾ ਪੈਰੇ ਹੋਈ ਹੈ ਜੋ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਨਾਈਟ ਕਲੱਬਾਂ 'ਚ ਹੋ ਰਿਹਾ। ਬੰਦੇ ਪੈਰ ਨਾ ਰੱਖਣ, ਕਰ ਸੋ ਕਿਰਤ, ਉਹਦੀ ਕਿਰਤ ਕਰ, ਧਰਮ ਕਮਾ। ਔਰ ਸੇਵ ਕੀਤੀ ਸੰਤੋਖੀ, ਉਹਨੀ ਮੰਦੇ ਪੈਰ ਨਾ ਰੱਖਣ, ਕਰ ਸੋ ਕਿਰਤ ਧਰਮ ਕਮਾਇਆ। ਦੁਨੀਆ ਤੋੜੇ ਬੰਧਨਾ ਉਹਨੀ, ਅੰਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀਸੀ ਫਿਰ ਅਗਲਾ, ਨਿਤ ਦੇਵੇਂ ਚੜੇ ਸਵਾਇਆ। ਤੇ ਤੇਰੀ ਵਡਿਆਈ ਹੁਣ ਇਹ ਹੈ, ਤੂੰ ਵੱਡੇ ਨੂੰ ਦੇਖ ਕੇ ਘਾਟ ਹੁਣ ਵਡਿਆਈ ਵੱਡਾ ਪਾਇਆ। ਜਦੋਂ ਇੰਦਰੇ ਕੰਟਰੋਲ ਹੋ ਜਾਂਦੀ ਹੈ, ਤੂੰ ਪਹਿਲੀ ਨੀਂਦ ਕਿਹਨੂੰ ਆਉਂਦੀ ਆ ਨੇਤਰ ਦੇ ਦੇਖਣ ਲਈ। ਆ ਗੁਰੂ ਅੰਗਦ ਸਾਹਿਬ ਪਹਿਲਾ ਸ਼ਾਗਿਰਦ ਬਾਬੇ ਨਾਨਕ ਨਾਲ ਘੜਿਆ ਜਦੋਂ, ਔਰ ਉਹਨੇ ਗੱਦੀ ਤੇ ਬੈਠ ਕੇ ਫਿਰ ਗੁਰੂ ਨਾਨਕ ਜੀ ਤੇ ਆਹ ਸਲੋਕ ਦਿੱਤਾ, ਅੱਖੀ ਬਾਝੋਂ ਦੇਖਣਾ ਬਿਨ ਕੰਨੀ ਸੁਣਨਾ, ਅੱਖੀ ਬਾਝੋਂ ਦੇਖਣਾ ਬਿਨ ਕੰਨੀ ਸੁਣਨਾ, ਪੈਰਾਂ ਬਾਝੋਂ ਚੱਲਣਾ ਬਿਨ ਹੱਥੀ ਕਰਨਾ। ਅੱਖਾਂ ਤੋਂ ਬਗੈਰ ਦੇਖਣਾ ਕੀ ਹੈ? ਅਸੀਂ ਨਹੀਂ ਵੀ ਅੱਖਾਂ ਬੰਦ ਕਰ ਲੈਣੀਆਂ। ਕੋਈ ਵੱਡੀ ਬੀਬੀ ਹੈ, ਉਹਨੂੰ ਆਪਣੀ ਮਾਂ ਸਮਝ, ਤੇਰੇ ਬਰੋਬਰ ਦੀ ਹੈ ਭੈਣ ਸਮਝ। ਜੇ ਤੇਰੇ ਛੋਟੀ ਹੈ ਉਹਨੂੰ ਧੀ ਸਮਝ। ਆਪਣੀ ਦ੍ਰਿਸ਼ਟੀ ਬਦਲਣੀ ਹੈ। ਨੈਣਾ ਦੀ ਜਿਹੜੀ ਭੁੱਖ ਹੈ ਮੁੱਕਦੀ ਨੂੰ। ਜਿੰਨਾ ਰੂਪ ਦੇਖੇਗਾ ਉਹਨਾਂ ਹੋਰ ਤੂੰ ਬਾਲਣ ਵਿੱਚ ਪਾ ਰਿਹਾ। ਉੱਥੇ ਪਾਣੀ ਸੁੱਟ, ਅੱਗ ਕਦੀ ਬਾਲਣ ਪਾਇਆ ਨਹੀਂ ਬੁਝਣੀ। ਹੋਰ ਦੇਖਦਾ ਹੋਰ ਭੁੱਖ ਲੱਗਦੀ ਹੈ। ਆਹ ਨੈਣ ਦਾ ਪਹਿਲਾ ਜਿਹੜਾ ਰੱਖਿਆ ਮਹਾਰਾਜ ਨਾ ਵੀ ਅੱਖਾਂ ਤੇ ਕੰਟਰੋਲ ਕਰ। ਅੱਖੀ ਬਾਝੋਂ ਦੇਖਣਾ ਬਿਨ ਕੰਨੀ ਸੁਣਨਾ, ਪੈਰਾਂ ਬਾਝੋਂ ਚੱਲਣਾ ਬਿਨ ਹੱਥੀ ਕਰਨਾ। ਅੱਖੀ ਬਾਝੋਂ ਦੇਖਣਾ ਬਿਨ ਕੰਨੀ। ਕੰਨੀ ਕੀ ਹੈ? ਨਿੰਦਿਆ ਚੁਗਲੀ ਨਾ ਸੁਣ। ਔਰ ਸਭ ਤੋਂ ਵੱਡੀ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਵੀ ਮੋਹਨ ਸਾਕਤ ਰਾਗ ਨਾਦ ਗੀਤ ਮੋਹਨ ਮੇਰੇ ਸਰਵਣੀ ਨਾ ਸੁਣਾਏ। ਇਹ ਜਿਹੜੇ ਲੁਚਰ ਗਾਣੇ ਜਾਂ ਜੋ ਅੱਜ ਕੱਲ੍ਹ ਚੱਲ ਰਹੇ ਵਿਆਹ ਸ਼ਾਦੀਆਂ 'ਚ ਮਾਰਸ਼ੀਡਾਂ ਹਰ ਥਾਂ ਤੁਸੀਂ ਜਾ ਕੇ ਦੇਖਦੇ ਹੋ, ਉਹ ਇੰਨੇ ਗੰਦੇ ਗਾਣੇ ਹੁੰਦੇ, ਮਾਂ ਬਾਪ ਨੂੰ ਵੀ ਸ਼ਰਮ ਆ ਜਾਂਦੀ ਹੈ ਵਿੱਚ ਬੈਠਿਆਂ ਨੂੰ। ਬੱਚੇ ਹਟ ਨਹੀਂ ਸਕਦੇ ਕੋਈ। ਐਸੀਆਂ ਗੰਦੀਆਂ ਸੀਡੀਆਂ ਵੀਡੀਓ ਲਾਏ ਹੁੰਦੇ ਜਾਂ ਸਾਰੇ। ਉਹ ਕੀ ਆ? ਉਹ ਹੈ ਤੇਰੀਆਂ ਅੱਖਾਂ ਸੁੱਤੀਆਂ ਪਈਆਂ, ਤੈਨੂੰ ਇਹ ਗੀਤ ਚੰਗੇ ਲੱਗਦੇ, ਕੰਨਾਂ 'ਚੋਂ ਲੁਚਰ ਗਾਣੇ ਪੈਣੇ। ਤੋ ਮਹਾਰਾਜ ਕਹਿੰਦੇ ਸਿੱਖੀ ਨਹੀਂ ਸੀ ਇੱਦਾਂ ਦੀ। ਗੁਰੂ ਅਰਜਨ ਪਾਤਸ਼ਾਹ ਦੇ ਬਾਣੀ ਰਾਹੀਂ ਹੁਕਮ ਹੈ, ਮੋਹਨ ਸਾਕਤ ਰਾਗ ਨਾਦ ਗੀਤ ਮੋਹਨ ਮੇਰੇ ਸਰਵਣੀ ਨਾ ਸੁਣਾਏ। ਸਰਵਣਾ 'ਚ ਕੀ ਸੁਣਨਾ ਚਾਹੀਦਾ? ਨਾਮ ਬਾਣੀ ਇਹੋ ਜਿਹੇ ਉੱਚ ਖਿਆਲਾਤ ਜੋ ਸਾਰੇ ਹਰ, ਲੇਕਿਨ ਅੱਖਾਂ ਸੌਂ ਗਈਆਂ ਹੁੰਦੀਆਂ, ਹਟ ਨਹੀਂ ਸਕਦੇ ਹੋ ਤੁਸੀਂ। ਲੱਖ ਰੱਖੋ। ਇਸ ਕਰਕੇ ਉਹ ਹੈ ਅੱਖੀਂ ਬਾਝੋਂ ਦੇਖਣਾ, ਕੋਈ ਬੁਰਾ ਦ੍ਰਿਸ਼ਟ ਨਹੀਂ ਦੇਖਣਾ। ਅੱਖੀਂ ਬਾਝੋਂ ਦੇਖਣਾ ਬਿਨ ਕੰਨੀ ਸੁਣਨਾ। ਐਡਾ ਬ੍ਰਹਮ ਗਿਆਨ ਦਿੱਤਾ ਹੈ, ਥੋੜਾ ਸੁਣ ਲਈਏ। ਅੱਖੀਂ ਬਾਝੋਂ ਦੇਖਣਾ ਬਿਨ ਕੰਨੀ ਸੁਣਨਾ, ਜੀਵੇ ਬਾਝੋਂ ਬੋਲਣਾ ਬਿਨ ਹੱਥੀ ਕਰਨਾ, ਪੈਰਾਂ ਬਾਝੋਂ ਚੱਲਣਾ ਬਿਨ ਹੱਥੀ ਕਰਨਾ। ਇਹ ਬ੍ਰਹਮ ਗਿਆਨ ਦਾ ਅੱਖਰ ਪੜ੍ਹ ਰਿਹਾ ਤੂੰ ਪੈਰਾਂ ਨੂੰ ਬੰਨ੍ਹ ਕੇ ਖੜਾ ਹੋ ਜਾ। ਮੈਂ ਨਹੀਂ
ਪੈਰ ਜਾਣਦੇ ਨੇ ਬੁਰੇ ਕੰਮ ਲਈ। ਹੱਥਾਂ ਨਾਲ ਮੈਂ ਕੋਈ ਬੁਰਾ ਕੰਮ ਨਹੀਂ ਕਰਨਾ, ਅੱਖਾਂ ਨਾਲ ਮੈਂ ਭੈੜਾ ਦ੍ਰਿਸ਼ਟ ਨਹੀਂ ਦੇਖਣਾ, ਕੰਨਾਂ 'ਚ ਮੈਂ ਕੋਈ ਨਿੰਦਿਆ ਚੁਗਲੀ। ਹੋਰ ਸਾਡੇ ਕੰਨ ਗਿੱਝ ਜਾਂਦੇ ਹੈ, ਦੋ ਬੰਦੇ ਗੱਲਾਂ ਕਰ ਰਹੇ ਹੋਣ, ਇਹ ਅੰਦਰੋਂ ਹਟ ਨਹੀਂ ਸਕਦੇ, ਉਹਨੂੰ ਸਵਾਦ ਪਿਆ ਹੁੰਦਾ। ਉਹ ਜਾ ਕੇ ਛੇਤੀ ਨਾਲ ਕੰਨ ਡਾਓ, ਉਹ ਕਿਹੜੀ ਗੱਲ ਕਰ ਰਹੇ ਹੋ ਜਰਾ ਮੈਨੂੰ ਵੀ ਦੱਸੋ। ਇਹ ਕੰਨ ਸੁੱਤੇ ਹੁੰਦੇ ਸਾਰਿਆਂ ਦੇ। ਆ ਕੈਸਾ ਸਲੋਕ ਹੈ ਗੁਰੂ, ਆ ਸੀ ਹਾਲਤ ਗੁਰੂ ਨਾਨਕ ਔਰ ਗੁਰੂ ਅੰਗਦ ਸਾਹਿਬ ਵੇਲੇ। ਅੱਖੀ ਵਾਜੋਂ ਦੇਖਣਾ ਬਿਨ ਕੰਨੀ ਸੁਣਨਾ, ਅੱਖਾਂ ਵਾਜੋਂ ਚੱਲਣਾ ਬਿਨ ਹੱਥੀਂ ਕਰਨਾ। ਆ ਜੀਵ ਨੂੰ ਜੋ ਅੰਦਰੋਂ ਜੋ ਜੀ ਹੋਏ ਸੋ ਅਗਵੇ ਮੂੰਹ ਕਾ ਕਹਿਆ ਵਾਓ। ਬਾਬਾ ਨਾਨਕ ਆਸਾ ਦੀ ਵਾਰ ਕਹਿੰਦਾ ਜੋ ਤੇਰੇ ਜੀ 'ਚ ਖਿਆਲ ਆਉਂਦੇ ਉਹ ਮੂੰਹ ਥਣੀ ਤੋਂ ਬਾਹਰ ਕੱਢ ਦਿੰਦਾ। ਪਹਿਲਾਂ ਜੋ ਬੁਰੇ ਖਿਆਲ ਆਉਣਗੇ ਅੰਦਰ ਉੱਠਣਗੇ, ਉੱਥੋਂ ਬਾਅਦ ਇਹ ਕੰਮ 9 ਕਰਮ ਇੰਦਰੀਆਂ ਨੂੰ ਹੁਕਮ ਕਰਦਾ ਮਨ। ਫਿਰ ਜੀਵ ਸਭ ਤੋਂ ਵੱਡਾ ਇੰਦਰਾ ਖਰਾਬ ਹੋਏ ਆ। ਜੋ ਜੀ ਹੋਏ ਸੋ ਅਗਵੇ ਮੂੰਹ ਕਾ ਕਹਿਆ ਵਾਓ। ਜੋ ਤੇਰੇ ਜੀ 'ਚ ਹੁੰਦੀ ਉਹ ਤੂੰ ਜ਼ੁਬਾਨ ਦੇ ਨਾਲ ਬਾਹਰ ਗੱਲ ਬਕਵਾਸ ਕਰ ਦੇਣਾ। ਇਹਨੂੰ ਜਰਨਾ ਸਿੱਖ। ਅੰਦਰਲੇ ਖਿਆਲ ਆ ਜਿੱਥੇ ਜੋ ਬੀਜੇਗਾ ਬਿੱਖ ਬੀਜੇਗਾ, ਬਿੱਖ ਵੱਢੇਗਾ। ਗੰਦੇ ਖਿਆਲ ਆ ਅੱਛੇ ਖਿਆਲਾਤ ਵਸਾਏਗਾ ਅੰਦਰ, ਉਹ ਅੱਛੇ ਤੈਨੂੰ ਵੜ ਕੇ ਮਾਰਾ। ਕਹਿੰਦਾ ਵੀ ਜਿਹੜਾ ਇਸ ਕੰਨਾਂ 'ਤੇ ਕੰਟਰੋਲ ਨਹੀਂ ਕਰਦਾ ਜਾਂ ਸਾਰੀਆਂ ਇਹਨਾਂ ਇੰਦਰੀਆਂ 'ਤੇ, ਉਹ ਸੁਪਨੇ ਵੀ ਨਹੀਂ, ਉਹਨੂੰ ਸੁਪਨੇ ਵੀ ਇਹੋ ਜਿਹੇ ਹੋਣਗੇ, ਸਭ ਕੁਝ ਪੈੜੇ ਹੋਣਗੇ। ਪਰ ਜਿਹਨੇ 'ਤੇ ਕੰਟਰੋਲ ਕੀਤਾ, ਬਾਬੇ ਨਾਨਕ ਨੂੰ ਸੁਪਨਾ ਕੈਸਾ ਆਉਂਦਾ ਸੀ, ਰੱਬ ਦੇ ਸੁਪਨੇ ਆਉਂਦੇ। ਉਹ ਕਹਿੰਦੇ ਸੁਪਨੇ ਆਇਆ ਭੀ ਗਿਆ, ਮੈਂ ਜਲ ਭਰਿਆ ਰੋਏ। ਆਏ ਨਾ ਸਕਾਂ ਤੁਧ ਕਨ ਪਿਆਰੇ, ਭੀਜ ਨਾ ਸਕਾਂ ਕੋਏ। ਕਹਿੰਦੇ ਮੈਂ ਉੱਥੇ ਤੱਕ ਪਹੁੰਚ ਵੀ ਨਹੀਂ ਸਕਦਾ, ਸੁਪਨਾ ਹੀ ਕਿਤੇ ਫੇਰ ਆ ਜਾਏ। ਬਾਬੇ ਨਾਨਕ ਦੀ ਜ਼ਿੰਦਗੀ ਦੇਖੋ, ਜਿਹੜਾ ਪਿਛਲਾ ਸ਼ਬਦ ਲਿਆ ਸੀ, ਜਨ ਪ੍ਰੇਮ ਦੇ ਕੰਨ ਲੱਗੇ ਕਿੱਦਾਂ, ਉਹ ਕਿਹੜੀ ਅਵਸਥਾ 'ਚ ਬਾਬੇ ਨਾਨਕ ਨੇ। ਉਹ ਕਹਿੰਦਾ ਸੁਪਨੇ 'ਚ ਮੇਰਾ, ਕਿਉਂਕਿ ਬਾਣੀ 'ਚ ਲਿਖਿਆ ਜਿਸ ਕਾ ਰਾਜ ਤਿਸੀ ਕਾ ਸੁਪਨਾ। ਜਿਹੜਾ ਆਲੇ ਸਾਲੇ ਸੁੱਚਾ ਜਿਹੜਾ ਹੋਊਗਾ, ਕੰਮ ਵਰਤ ਲਿਆ ਹੋਊਗਾ, ਉੱਦਾਂ ਦੇ ਉਹਨੂੰ ਸੁਪਨੇ ਹੋਣੇ। ਤੋ ਜਿਸ ਕਾ ਰਾਜ ਤਿਸੀ ਕਾ ਸੁਪਨਾ। ਤੋ ਬਾਬਾ ਨਾਨਕ ਕਹਿੰਦਾ ਸੁਪਨੇ ਆਇਆ ਭੀ ਗਿਆ, ਮੈਂ ਜਲ ਭਰਿਆ ਰੋਏ। ਆਏ ਨਾ ਸਕਾਂ ਤੁਧ ਕਨ ਪਿਆਰੇ, ਭੇਜ ਨਾ ਸਕਾਂ ਕੋਏ। ਆ ਇੱਕ ਤਰੀਕਾ ਰਹਿ ਗਿਆ, ਆਓ ਸੁਭਾਗੀ ਨੀਂਦੜੀਏ, ਮਤ ਸ਼ਾਹ ਦੇਖਾਂ ਸੋਏ। ਮੈਂ ਮੁੜ ਕੇ ਕਿਹਾ ਫੇਰ ਸੁਪਨਾ ਮੈਨੂੰ ਉਹਦੇ 'ਤੇ ਦਰਸ਼ਨ ਕਰਨਾ। ਤੋ ਇਸ ਕਰਕੇ ਜਿਹੜਾ ਇਹ ਹੈ, ਇਹ 9 ਕਰਮ ਇੰਦਰੀ ਹੈ, ਇਹ ਅੰਦਰ ਮਨ ਇਹਨਾਂ ਦੇ ਉੱਤੇ ਡਰਾਈਵਰ ਹੈ। ਇਸ ਕਰਕੇ ਇਹ ਮਨ ਸਭ ਕੁਛ ਕਰਾਉਂਦਾ। ਜੋ ਜੀ ਹੋਏ ਸੋਗਵੇ ਮੂੰਹ ਕਾ ਕਹਿਆ ਵਾਓ, ਬੀਜੇ ਵਿਖ ਮੰਗੇ ਅੰਮ੍ਰਿਤ, ਵੇਖੋ ਇਹ ਨਿਆਓ। ਇਸ ਕਰਕੇ ਅੰਮ੍ਰਿਤ ਬੀਜ ਅੰਮ੍ਰਿਤ ਉੱਗੇਗਾ। ਬਾਕੀ ਆ ਜੇ ਇਹਨਾਂ ਇੰਦਰੀਆਂ ਦੇ ਮਗਰ ਲੱਗਾ ਤੇ ਤੈਨੂੰ ਕਦੀ ਸੁੱਖ ਨਹੀਂ ਮਿਲਣਾ। ਇਹ ਸੁੱਤੇ ਪਏ ਹੈ। ਨੈਣੋ ਨੀਂਦ ਪਰ ਦ੍ਰਿਸ਼ਟੀ ਵਿਕਾਰ, ਨੈਣੋ ਨੀਂਦ ਪਰ ਦ੍ਰਿਸ਼ਟੀ ਵਿਕਾਰ। ਸਰਵਣ ਸੋਏ ਸੁਣੇ ਨੀਂਦ ਵਿਚਾਰ, ਸਰਵਣ ਸੋਏ। ਇਹਨਾਂ ਔਗਣਾਂ ਦੀ ਪਰਵਾਹ ਨਹੀਂ ਕਰਦਾ, ਭਗਤ ਵੀ ਕਰੀ ਜਾਂਦਾ, ਨਾਮ ਵੀ ਜਪੀ ਜਾਂਦਾ, ਨਾਲੇ ਸਾਰੇ ਕੰਮ ਹੈ। ਨੀਂਦ ਪਰ ਦ੍ਰਿਸ਼ਟੀ ਵਿਕਾਰ, ਸਰਵਣ ਸੋਏ ਸੁਣੀ ਨੀਂਦ ਵਿਚਾਰ। ਰਸਨਾ ਸੋਈ ਲੋਪੇ ਮੀਠੇ ਸਾਧ, ਰਸਨਾ ਸੌ ਜਾਂਦੀ ਹੈ ਲੋਭ ਮਿੱਠੇ ਦੇ ਸਵਾਦਾਂ 'ਚ। ਬਾਬੇ ਨਾਨਕ ਦੀ ਬਾਣੀ ਅਜੀਬ ਹੈ। ਕਹਿੰਦਾ ਤੂੰ ਮਿੱਠਾ ਖਾਣਾ, ਤੇਰਾ ਮੂੰਹ ਆ ਕਹਿੰਦਾ, ਫਿਰ ਕਹਿੰਦਾ ਮੈਨੂੰ ਸਵਾਦ ਲਈ ਕੌੜੀ ਚੀਜ਼ ਦੇ ਕੋਈ। ਮਿੱਠਾ ਬਾਣੀ ਦੇ ਰਿਹਾ ਬਾਬੇ ਨਾਨਕ ਦੀ, ਕੋਈ ਸੰਸਕ੍ਰਿਤ 'ਚ ਨਹੀਂ, ਆਮ ਪਿੰਡਾਂ ਵਾਲੀ ਬੋਲੀ 'ਚ ਲਿਖਿਆ। ਪਿੱਛੇ ਮੈਂ ਮਿੱਠਾ ਖਾਣਾ, ਮੈਨੂੰ ਕੌੜੇ ਦਾ ਸਵਾਦ ਪੈ ਜਾਂਦਾ, ਫਿਰ ਮੈਂ ਕੌੜਾ ਖਾਣਾ, ਫਿਰ ਮੈਂ ਮਿੱਠਾ ਖਾਣਾ। ਅਖੀਰ 'ਤੇ ਲਿਖਤਾ ਕੌੜਾ ਮਿੱਠਾ ਦੋਵੇਂ ਰੋਗ। ਬਾਬਾ ਆ ਜਿਹੜਾ ਰੋਗ ਦਾ ਸੀ ਚੈਪਟਰ ਸੋਏ ਆ, ਕਹਿੰਦਾ ਕਹੋ ਜੀਵ, ਇਹ ਸਭ ਜੀਵ ਕਰਾਉਂਦੀ ਹੈ। ਮਿੱਠੇ ਨੂੰ ਰੱਜ ਗਈ, ਫਿਰ ਕੋਈ ਸਲੂਣਾ ਲਿਆ
ਤੋ ਕੌੜਾ ਮਿੱਠਾ ਉਹਨੂੰ ਕੌੜਾ ਮਿੱਠਾ ਦੋਵੇਂ ਰੋਗ। ਬੰਦਾ ਤੇਰੇ ਰੋਗ ਲੱਗੇ ਆ, ਤੂੰ ਆਪਣੀ ਸਿਹਤ ਦੇ ਮੁਤਾਬਕ ਦੇਖ ਵੀ ਤੈਨੂੰ ਕਿਹੜੀ ਚੀਜ਼ ਮਾਫਕ ਬੈਠਦੀ ਹੈ। ਮਾਫਕ ਥੋੜ੍ਹੀ ਦੇਖਣੀ ਉਹਨੇ। ਚਾਰ ਜੋ ਪਲੇਟ 'ਚ ਆਇਆ ਸਾਹਮਣੇ ਮਨਮੁਖ ਕਾ ਅਚਾਰ, ਇੱਥੇ ਮਨ न ਕਰਾਉਂਦਾ ਭਾਖਾ ਭਾਖ ਸਭ ਖਾਏ, ਇਹ ਮਨਮੁਖ ਕਾ ਅਚਾਰ। ਨੈਨੋ ਨੀਂਦ ਪਰ ਦ੍ਰਿਸ਼ਟੀ ਵਿਕਾਰ, ਸਰਵਣ ਸੋਏ ਸੁਣ ਨੀਂਦ ਵਿਚਾਰ। ਰਸਨਾ ਸੋਈ ਲੋਭੇ ਮੀਠੇ ਸਾਦੇ, ਇਹ ਰਸਨਾ ਸੋਈ ਲੋਭੇ ਮੀਠੇ ਸਾਦੇ। ਮਨ ਸੋਇਆ ਮਾਇਆ ਵਿਸਮਾਨੇ, ਮਨ ਸੋਇਆ ਮਾਇਆ ਵਿਸਮਾਨੇ। ਆ ਨਾ ਲਾਈਨਾਂ ਨਾ ਆਣ ਕੇ ਰਹਾਓ ਚ ਸਮਾਉਣਾ ਰਹਾਓ। ਕਹਿੰਦੇ ਇਸ ਸਾਰੇ ਸਰੀਰ ਦੇ ਵਿੱਚ ਕੋਈ ਵੀ ਨਹੀਂ ਜਾਗਦਾ, ਸਾਰੇ ਕੁੰਭ ਕਰਨ ਦੀ ਨੀਂਦੇ ਪਏ, ਜਾਗਦੇ ਨਹੀਂ ਹੈ। ਕਈ ਜਨਮ ਹੋ ਗਏ ਸੁੱਤਿਆਂ ਨੂੰ। ਬਾਣੀ ਪੜੋ, ਆਹ ਗੁਰੂ ਜਗਾਏਗਾ, ਆ ਗਿਆਨ ਜਗਾਏਗਾ ਵੀ ਕੋਈ ਕੀ ਹੈ, ਉਹ ਜਾਗਣ ਵਾਲੀ ਚੀਜ਼ ਹੈ ਅੰਦਰ। ਜਾਗਤੇ ਰਹੇ, ਕੋਈ ਜਾਗਤੇ ਰਹੇ। ਹੋਗਾ ਸਾਬਤ ਮਾਲ ਅੱਗੇ ਲੈ ਜਾਏਗਾ। ਫਿਰ ਸਾਬਤ ਵਸਤ ਉਹ ਆਪਣੀ ਲਹੈ, ਇਹ ਸਾਬਤ ਵਸਤ ਉਹ ਆਪਣੀ ਲਹੈ। ਕੋਈ ਜਾਗਤੇ ਰਹੇ, ਕੋਈ ਜਾਗਤੇ ਰਹੇ। ਇਹਦੇ ਸਾਰੀਆਂ ਜਿਹੜੀਆਂ ਕਰਮ ਇੰਦਰੀ ਹੈ, ਕਈ ਕਿਸਮ ਦੀ ਇੰਦਰੀਆਂ, ਸੈਂਸਿਸ ਸਾਡੀਆਂ, ਇਹ ਸਾਰੇ ਅੰਦਰਲੇ, ਇਹ ਸਾਰੀਆਂ ਸਪਿਰਿਚੁਅਲ ਰਾਸਤੇ ਦੀਆਂ ਰੁਕਾਵਟਾਂ ਦੱਸਦੀਆਂ। ਉਹ ਸਾਰੀਆਂ ਛੋਟੀਆਂ ਇੰਦਰੀਆਂ ਵੀ ਸੁਤਰੀਆਂ। ਦੇਖੋ ਸਗਲ ਸਹੇਲੀ ਆਪਣੇ ਰਸ ਮਾਰੀ, ਉਹਨਾਂ ਨੂੰ ਬੁਰੇ ਕੰਮ 'ਚ ਬੜਾ ਸਵਾਦ ਆਉਂਦਾ ਹੈ। ਸਾਡੀ ਸਾਰਿਆਂ ਦੀ ਹਾਲਤ ਹੈ। ਬੁਰੇ ਕਾਮ ਕੋ ਉੱਠ ਖਲੋਇਆ, ਉਸ ਵੇਲੇ ਹਲਤਾਂ ਚੱਲ ਪੈਂਦੀਆਂ। ਨਾਮ ਕੀ ਵੇਲਾ ਸੱਪ ਲੜ ਜਾਂਦਾ, ਨਾਮ ਕੀ ਵੇਲਾ ਪੈ ਪੈ ਸੋਇਆ। ਬਾਣੀ ਕਹਿ ਰਹੇ ਕਿ ਆ ਕਰਦੇ ਸਗਲ ਸਹੇਲੀ, ਇਹ ਕੋ ਬਾਹਰਲੀਆਂ ਸਹੇਲੀਆਂ ਨਹੀਂ ਹੈ, ਆ ਸਾਡੀਆਂ ਅੰਦਰਲੀਆਂ ਸੈਂਸੇਸ ਹੈ। ਇਹ ਸਗਲ ਸਹੇਲੀ ਆਪਣੇ ਰਸ ਮਾਤੇ, ਇਹਨਾਂ ਨੂੰ ਨਹੀਂ ਪਤਾ ਵੀ ਸਾਡਾ ਕੀ ਲੁੱਟਿਆ ਜਾ ਰਿਹਾ। ਗ੍ਰਹਿ ਆਪਣੇ ਕੀ ਖਬਰੇ ਨਾ ਜਾਣੀ। ਖਬਰ ਤੇ ਤਾਂ ਲੱਗੇ ਨਾ ਜੇ ਬਾਣੀ ਨੂੰ ਸਮਝੇ। ਇਹਦੇ ਦਾ ਪਾਠ ਹੋ ਰਿਹਾ ਰਹੂੰ, ਸਗਲ ਲੁੱਟਿਆ ਜਾ ਰਿਹਾ ਬੰਦਾ, ਪਰ ਨਾ ਸਮਝ ਕੇ ਬਾਣੀ, ਉਹ ਸਾਰਾ ਉਹਨੂੰ ਪਤਾ ਹੀ ਨਹੀਂ ਲੱਗਦਾ। ਸਗਲ ਸਹੇਲੀ ਆਪਣੇ ਰਸ ਮਾਤੀ, ਗ੍ਰਹਿ ਆਪਣੇ ਖਬਰੇ ਨਾ ਜਾਤੀ। ਕੌਣ ਲੁੱਟ ਰਿਹਾ? ਮੁਸਣ ਹਾਰੇ ਪੰਜ ਬਟਵਾ। ਇੱਕ ਡਾਕੂ ਹੁੰਦਾ, ਇੱਕ ਬਟਵਾਰਾ ਹੁੰਦਾ। ਛੋਟੀਆਂ ਛੋਟੀਆਂ ਚੀਜ਼ਾਂ ਉਸ ਵੇਲੇ ਸਮਝ ਲਈਏ, ਬਾਬੇ ਨਾਨਕ ਵੇਲੇ ਇੱਕ ਡਾਕੂ ਹੈ, ਮੈਂ ਲੁੱਟ ਕੇ ਮਾਰ ਕੇ ਕਤਲ ਕਰਕੇ ਸਭ ਲੈ ਜਾਂਦਾ। ਇੱਕ ਬਟਵਾਰਾ ਹੁੰਦਾ ਜਿਹੜਾ ਰਾਹ 'ਚ ਬੈਠਾ ਹੁੰਦਾ, ਉਹ ਰਾਈਆਂ ਦੇ ਕੱਪੜੇ ਲਾ ਕੇ ਕਰ ਲੈ ਜਾਂਦਾ। ਖੜਾ ਲੁੱਟਣ ਵਾਲੇ ਉਹ ਬਟਵਾਰੇ, ਉਹ ਆ ਪੰਜ ਚੋਰ। ਉਹ ਇੱਕ ਡਾਕੂ ਹੁੰਦਾ, ਇੱਕ ਲੁਟੇਰਾ ਹੁੰਦਾ, ਇੱਕ ਕਾਤਲ ਹੁੰਦਾ, ਕਈ ਕਿਸਮ ਦੇ। ਆ ਬੱਟ ਕਹਿੰਦੇ ਆ, ਬੱਟੇ ਰਾਹ ਦੇ ਵਿੱਚ ਲੁੱਟਣ ਵਾਲੇ ਨੂੰ।
ਪਹਿਲਾਂ ਇੰਨੇ ਪਿੰਡ ਹੀ ਦੁੱਖ ਦੇ ਰਾਜ ਠੱਗ ਬੈਠੇ ਹੁੰਦੇ ਸੀ ਲੁੱਟਣ ਵਾਲੇ। ਤੋ ਐਡਾ ਵੱਡਾ ਬਟਵਾਰਾ ਭਾਈ ਸਾਹਿਬ ਜੀ ਆ ਮਹਾਰਿਸ਼ੀ ਆ ਜਿਹਨੇ ਸੀਤਾ ਨੂੰ ਸਾਂਭਿਆ, ਆਪਣੀ ਰਮਾਇਣ ਚ ਆਉਂਦਾ ਬਾਲਮੀਕ, ਇਹ ਮਾਝੇ ਦਾ ਚੂੜਾ ਸੀ, ਲੁੱਟਦਾ ਹੁੰਦਾ ਸੀ ਲੋਕਾਂ ਨੂੰ ਔਰ ਲੁੱਟ ਕੇ ਬਾਅਦ ਕਤਲ ਕਰ ਦਿੰਦਾ ਸੀ। ਫਿਰ ਆਪਣੇ ਬੱਚਿਆਂ ਨੂੰ ਲਿਆ ਕੇ ਉਹ ਸਾਰਾ ਉਹਦਾ ਮਾਲ ਮੂਲ ਘਰ ਦਾ। ਇੱਕ ਦਿਨ ਕੋਈ ਸਾਧੂ ਡਿੱਗ ਕੇ ਇਹਦੇ ਆ ਗਿਆ, ਆ ਹੁਣ ਇਲਾਕਾ ਵਸਿਆ, ਨਹੀਂ ਤੇ ਸੀਤਾ ਨੂੰ ਵੀ ਇੱਥੇ ਬਨਵਾਸ ਉਹਦਾ ਥਾਂ ਹੈ ਜਿੱਥੇ ਲਵ ਕੁਛ ਪੈਦਾ ਹੋਏ, ਸਾਰੇ ਅੰਮ੍ਰਿਤਸਰ ਦੇ ਲਾਗੇ। ਇਹ ਸਾਰਾ ਔਜ਼ਾਰ ਸੀ ਪਹਿਲਾਂ ਸਾਹਿਬ, ਔਰ ਉੱਥੇ ਰਾਹ 'ਚ ਬਾਲਮੀਕ ਚੌਥੇ ਪੌੜੀ ਦਾ ਚੂੜਾ ਸੀ ਔਰ ਐਡਾ ਤੱਕ ਆਪਣੇ ਦੇਖੋ ਕਿੱਥੋਂ ਮਹਾਰਾਜ ਨਾਲ ਲੋ ਲੱਗੀ ਔਰ ਕਿੱਡਾ ਵੱਡਾ ਰਿਸ਼ੀ ਹੋਇਆ। ਉਹ ਡਾਕੂ ਆਏ, ਉਹ ਮਹਾਰਾਜ ਜਾ ਰਿਹਾ ਸੀ ਉਸੇ, ਇੱਕ ਦਿਨ ਡਿੱਕੇ ਆ ਗਿਆ ਕੋਈ ਸਾਧੂ ਵਿਚਾਰਾ, ਉਹਦੇ ਕੱਪੜਾ ਲਾ ਕੇ ਤੇ ਉਹਨੂੰ ਮਾਰਨ ਲੱਗਾ ਕੱਪੜੇ। ਕਹਿੰਦਾ ਭਾਈ ਤੂੰ ਮੇਰੇ ਕੱਪੜੇ ਲਾ ਲਾ, ਪਰ ਤੂੰ ਕਾਹਦੇ ਲਈ ਇਹ ਕੰਮ ਕਰਦਾ? ਕਹਿੰਦਾ ਜੀ ਮੈਂ ਬੱਚੇ ਨਹੀਂ ਪਾਲਣੇ। ਕਹਿੰਦੇ ਜਾ ਕੇ ਬੱਚਿਆਂ ਨੂੰ ਪੁੱਛਿਆ ਵੀ ਜਦੋਂ ਤੇਰਾ ਗਾਂ ਲੇਖਾ ਹੋਏਗਾ ਉਹਦੇ ਨਾਲ ਤੇਰੇ ਨੂੰ ਕੋਈ ਜਾਊਗਾ? ਉਹ ਘਰ ਆਣ ਕੇ ਬੱਚਿਆਂ ਕੋਲ ਆਇਆ, ਉਹ ਸਿੱਧੜ ਬੱਚੇ ਕਹਿਣ ਕਿ ਜਿੱਥੋਂ ਮਰਜ਼ੀ ਲਿਆ ਕੇ ਖਵਾ, ਤੂੰ ਸਾਨੂੰ ਜੰਮੇ ਆ, ਸਾਨੂੰ ਦੇਸ਼ ਜੋ ਖਾ। ਉਹ ਵੀ ਅੱਗੇ ਉਹ ਕਹਿੰਦਾ ਹੱਦ ਹੋ ਗਈ, ਤੁਸੀਂ ਗਾਂ ਜੱਚ ਮੇਰਾ ਲੇਖਾ ਹੋਇਆ, ਤੁਸੀਂ ਨਾਲ ਨਹੀਂ ਮੇਰੇ? ਕਹਿੰਦੇ ਨਾਲ ਕੋਈ ਗਿਆ ਵਾ ਅੱਜ ਤੋਂ, ਤੇਰੀ ਮੱਤ ਮਾਰੀ ਗਈ ਹੈ, ਤੂੰ ਆਪੇ ਲੇਖਾ ਲੈਣਾ ਆਪਣਾ। ਉੱਥੇ ਆਣ ਕੇ ਸਾਧੂ ਦੇ ਪੈਰੀ ਪੈ ਗਿਆ। ਗਿਆਨ ਐਡਾ ਵੱਡਾ ਰਿਸ਼ੀ ਬਾਲਮੀਕ ਹੋਇਆ ਜਿਹਨੇ ਰਮਾਇਣ ਲਿਖੀ, ਜਿਹਦੇ ਕੋਲ ਸੀਤਾ ਨੂੰ ਪਨਾਹ ਮਿਲੀ। ਸਾਰਾ ਉਹ ਬਟਵਾਰਾ ਆ ਸੀ। ਏਦਾਂ ਸਾਡੇ ਅੰਦਰ ਇਹ ਪੰਜ ਲੱਗੇ ਆ, ਇਹ ਮੁਸਨਹਾਰ ਲੁੱਟਣਹਾਰ, ਮੁਸਨਹਾਰ ਪੰਜ ਬਟਵਾਰੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਮੁਸਨਹਾਰ ਪੰਜ ਬਟਵਾਰੇ। ਕਦੀ ਸਿੱਖੀ ਦੇ ਵਿੱਚ ਗੱਲਾਂ ਸਮਝਾਈਆਂ, ਸਾਨੂੰ ਤੇ ਸਮਝਾਈ ਜਾਂਦਾ ਪਾਠ ਦੇ ਇੰਨੇ ਕਰ ਲਓ, ਆ ਸਾਰਾ ਸਾਧਾ ਸੰਤਾਂ ਵੀ ਇੰਨੇ ਪਾਠ ਕਰ ਲਓ, ਤੁਹਾਡੇ ਰੱਖਿਓ। ਉਹ ਜਿਹੜੇ ਤੁਹਾਡੇ ਅੰਦਰ ਆਹ ਪੰਜ ਹੈ, ਤੁਸੀਂ ਇਹਨਾਂ ਦੀ ਕਦੀ ਗੱਲ ਹੀ ਨਹੀਂ ਕੀਤੀ ਕਿਸੇ ਨਾਲ। ਇਹ ਮੁਸਨਹਾਰ ਪੰਜ ਬਟਵਾਰੇ। ਆ ਸੁੰਨਾ ਨਗਰ ਪਿਆ ਸੀ, ਕੋਈ ਇਹਨਾਂ ਨੂੰ ਰੋਕਣ ਵਾਲਾ ਨਹੀਂ ਸੀ। ਸੁੰਨੇ ਨਗਰੇ ਪਰੇ ਠੱਗ, ਸਾਰਾ ਤੇਰਾ ਚੰਗਾ ਕੰਮ ਲੁੱਟ ਗਏ। ਇਹ ਸੁੰਨੇ ਨਗਰੇ ਸਾਰੇ ਤੇ ਸੁੱਤੇ ਅੰਦਰੇ, ਤੇ ਕੋਈ ਜਾਗਦਾ ਘਰ ਚ ਹੋਵੇ ਲੁੱਟਣ ਤੇ ਮੌਜ ਆ ਉਹਨਾਂ ਨੂੰ, ਕੋਈ ਰੋਕਣ ਵਾਲਾ ਨਹੀਂ। याद रखे पंज डाकू, पंज चोर, पंज ठग ऐसे जहरीले, और इन्हां नूं कोई नहीं रोक सकता। आ देखो रखे बाप न मार, अंदर रुटी रहंदे मां बाप किदां बेचारे लगन, ਜਿਹਦਾ ਚਾਲ ਤੇ ਉਹਨੂੰ ਭੈੜਾ ਹੋਏ ਕਰ ਦੇਵੇ ਸਾਰੇ, ਉਹਨੂੰ ਕਿਦਾਂ ਵਿਚਾਰਨਗੇ? ਉਹਦੇ ਅੰਦਰ ਲੁੱਟ ਰਹੇ ਹੈ। ਕਹਿੰਦਾ ਤੇਰੇ ਮਾਂ ਨੇ ਵੀ ਆਉਣਾ, ਭਾਈ ਨੇ ਵੀ ਆਉਣਾ। ਦੇਖੋ ਕੈਸਾ ਅਜੀਬ ਸ਼ਬਦ ਹੈ। ਔਰ ਗੁਰੂ ਨਾਨਕ ਦੀ ਗੱਦੀ ਤੇ 16 ਸਾਲ ਦੀ ਉਮਰ ਦਾ ਬੱਚਾ ਬੈਠ ਕੇ ਸ਼ਬਦ ਲਿਖਿਆ, ਗੁਰੂ ਅਰਜਨ ਦੇਵ ਜੀ। ਉਹ ਕਹਿੰਦੇ ਉਨ ਤੇ ਰਾਖੇ ਬਾਪ ਨਮਾ, ਨਾ ਤੇਰੇ ਪਾਪੇ ਨੇ ਰੱਖਣਾ, ਨਾ ਤੇਰੀ ਮਾਮਾ ਨੇ ਰੱਖਣਾ। ਉਸ ਵਿੱਚ ਉਨ ਤੇ ਰਾਖੇ, ਦੇਖ ਕਹਿੰਦੇ ਰੱਖਣਾ ਹੈ, ਦੇਖ ਅੱਗੇ ਆਏਗੀ। ਉਨ ਤੇ ਰਾਖੇ ਬਾਪ ਨਮਾਈ, ਉਨ ਤੇ ਰਾਖੇ ਮੀਤ ਨ ਪਾਈ। ਕਿਸੇ ਨੇ ਸੁਣਿਆ ਇਹੋ ਜਿਹੇ ਸ਼ਬਦ? ਖੰਡ ਪਾਠ ਕਰ ਲਈ। ਉਹ ਖੰਡ ਪਾਠ ਦਾ ਕੀ ਫਾਇਦਾ ਜੀ? ਅੰਦਰ ਸਭ ਕੁਝ ਤੇ ਉਹ ਲੁੱਟੀ ਜਾਂਦੀ ਹੈ। ਉਨ ਤੇ ਰਾਖੇ ਬਾਪ ਨਮਾਈ, ਉਨ ਤੇ ਰਾਖੇ ਮੀਤ ਨ ਪਾਈ।
ਕਰੋੜਾਂਪਤੀ ਬੰਦਾ, ਖਰੀ ਇਹ ਛੁੱਟ ਜਾਏਗਾ। ਦਰਬ ਕਹਿੰਦੇ ਆ ਦੌਲਤ ਨੂੰ, ਔਰ ਉਸ 'ਚ ਬੜੀ ਸਿਆਣਪ ਵੀ ਆ, ਬੜਾ ਲਾਇਕ ਵੀ ਆ। ਕਹਿੰਦੇ ਇਹਨਾਂ ਨੇ ਨਹੀਂ ਛੱਡਣਾ ਉਹਨੂੰ ਵੀ, ਭਾਵੇਂ ਕੋਈ ਕਿੱਡਾ ਲੈ ਮਨ ਇੰਨਾ ਕਰੋੜਾਂਪਤੀ ਹੋਵੇ। ਉਹ ਕਹਿੰਦੇ ਦਰਬੇ ਸਿਆਣ ਨਾ ਕੋਈ ਲੈ ਕੇ ਐਡਾ ਬੰਦਾ ਵੀ ਇਹ ਵੀ ਬਾਜੂਗਾ ਉਹਨਾਂ ਕੋਲ ਨਹੀਂ। ਤੇ ਦਰਬੇ ਸਿਆਣ, ਦਰਬੇ ਕਹਿੰਦੇ ਦੌਲਤ, ਸਿਆਣਪ ਕਹਿੰਦੇ ਇੰਟੈਲੈਕਚੁਅਲਿਜ਼ਮ। ਕਿਤੇ ਲੈਕ ਤੋਂ ਲੈਕ ਬੰਦੇ ਨੂੰ ਨਹੀਂ ਇਹਨਾਂ ਨੇ ਛੱਡਣਾ। ਦਰਬੇ ਸਿਆਣ ਨਾ ਹੋਏ ਰਹੇ, ਅੱਗੇ ਇਲਾਜ ਹੈ ਸਾਧ ਸੰਗੇ ਹੋਏ ਦੋਸ਼ਟ ਵਾਸੇ। ਸਾਧ ਇਹਦਾ ਸੁਖਮਨੀ ਸਾਹਿਬ ਕਬਹੂ ਕਦੀ ਕਦੀ ਮਨ ਅੰਦਰ ਗੁਰੂ ਦੀ ਕਿਰਪਾ ਨਾਲ ਜਿਹੜਾ ਸੱਚੇ ਰਾਸਤੇ ਤੇ ਲੱਗ ਜਾਏ, ਉਹਦਾ ਚੜ੍ਹਨਾ ਸ਼ੁਰੂ ਹੋ ਜਾਂਦਾ ਔਰ ਐਸੀ ਜਗ੍ਹਾ ਪਹੁੰਚਦਾ ਹੈ ਜਿਹਨੂੰ ਸਾਧ ਸੰਗਤ ਕਿਹਾ। ਉਹ ਅੰਦਰ ਸਪਿਰਿਚੁਅਲ ਸਟੇਜ ਹੈ, ਐਸੀ ਚੜ੍ਹਾਈ ਵਾਲੀ ਜਗ੍ਹਾ। ਕਬਹੂ ਸਾਧ ਸੰਗੇ, ਉੱਥੇ ਹੀ ਸਾਧ ਮੀਨ ਸਤਿਗੁਰ ਸੰਤ ਇਕੱਲਾ ਬੰਦਾ ਹੈ। ਸਾਧ ਸੰਗੇ, ਉਹਦਾ ਸੰਗ ਹੋ ਜਾਂਦਾ ਅੰਦਰ ਸਤਿਗੁਰੂ ਸੰਤ ਸਾਧ ਦਾ। ਤੇ ਓਏ ਦੋਸ਼ਟ ਵਸ ਹੋਤੇ, ਆ ਜਿਹੜੇ ਦੋਸ਼ਟ ਹੈ ਪੰਜੇ, ਜਦੋਂ ਆਉਣਾ ਸ਼ੁਰੂ ਹੋਇਆ ਇਹਨਾਂ ਨੇ ਭੱਜਣਾ ਸ਼ੁਰੂ ਕਰ ਦੇਣਾ। ਦੋ ਤਲਵਾਰਾਂ ਇੱਕ ਮਿਆਨ 'ਚ ਨਹੀਂ ਰਹਿ ਸਕਦੀਆਂ। ਜਿੱਥੇ ਸਤਿਗੁਰੂ ਆਏਗਾ ਉੱਥੇ ਬੁਰਾਈਆਂ ਭੱਜ ਜਾਣਗੀਆਂ, ਜਿੱਥੇ ਸਤਿਗੁਰੂ ਨਹੀਂ ਹੈ ਉੱਥੇ ਸਭ ਐਨ ਮੌਜਾਂ ਲੁੱਟ ਰਹੇ ਨੇ। ਇਸ ਕਰਕੇ ਤੋ ਇਹ ਆਏ ਅਗਲੀ ਦਰਬੇ ਸਿਆਣ ਨਾ ਕੋਈ ਰਹੇ ਤੇ ਸਾਧ ਸੰਗੇ ਹੋਏ ਦੋਸਤ ਵਾਸੇ। ਕਬੂ ਸਾਧ ਸੰਗਤੇ ਪਾਵੇ ਅੰਦਰ, ਸੰਗਤ ਬਾਹਰ ਹੈ ਸਾਧ ਸੰਗਤ ਅੰਦਰ ਹੈ। ਕਬੂ ਸਾਧ ਸੰਗਤੇ ਪਾਵੇ ਉਸ ਸਥਾਨ ਤੇ ਬਾਹਰ ਨਾ ਆਵੇ। ਮਨ ਉੱਥੇ ਇੰਨੀਆਂ ਮੌਜਾਂ ਐਡੇ ਫਾਇਦੇ, ਉਸਦਾ ਮਨ ਬਾਹਰ ਆਉਂਦਾ ਹੀ ਨਹੀਂ। ਕਹਿੰਦੇ ਮੈਂ ਬਾਹਰ ਖੇ ਖਾਣੀ ਜਾ ਕੇ, ਮੈਨੂੰ ਤੇ ਅੰਦਰ ਹੀ ਬੜਾ ਸਵਾਦ ਆ ਰਿਹਾ। ਕਬੂ ਸਾਧ ਸੰਗਤੇ ਇਹ ਪਾਵੈ, ਇਹ ਬਾਹਰਲੀ ਨਹੀਂ ਹੈ। ਸਾਧ ਸੰਗੇ ਹੋਏ ਬਸ ਦੁਸ਼ਟ ਬਸ ਹੋਤੇ। ਤੇ ਇਸ ਕਰਕੇ ਦਰਬੇ ਸਿਆਣਪ ਨਾ ਰਹਤੇ। ਕਬੂ ਸਾਧ ਸੰਗਤੇ ਇਹ ਪਾਵੈ, ਉਸ ਸਥਾਨ ਤੇ ਬਾਹਰ ਨਾ ਆਵੈ। ਉਸ ਸਥਾਨ का नहीं विनाश, अंतरे हुए ज्ञान प्रगास। ज्यों जल में जल आए खटाना, त्यों ज्योति संग जोत समाना। मिट गए भौने मन दे, मिट गए गबन, ਐਨ ਸਟਿਲ ਹੋ ਗਿਆ, ਅੰਦਰ ਖੜਾ ਹੋ ਗਿਆ ਮਨ। ਰੱਬ ਕੇ ਸਾਧ ਕੁਰਬਾਨ। ਦੇਖੋ ਬਾਣੀ ਕਿੱਧਰ ਲਾਉਂਦੀ ਆ। ਉਸ ਅਕਾਲ ਪੁਰਖ ਇਕੱਲ ਉਹ ਅੰਦਰ ਰੱਖੋ, ਉਹ ਧਨ ਬਜਾਏ। ਕਬੂ ਸਾਧ ਸੰਗਤ ਇਹ ਪਾਵੈ, ਉਸ ਸਥਾਨ ਤੇ ਬਾਹਰ ਨਾ ਆਵੈ। ਉਸ ਸਥਾਨ का नहीं विनाश, अंतरे हुए ज्ञान प्रगास। ज्यों जल में जल आए खटाना, त्यों ज्योति संग ज्योत समाना। मिट गए गबन पाए विश्राम, नानक प्रभ के साथ कुर्बान। तो ਉਹ ਆਣ ਕੇ ਜਗਾਉਂਦਾ ਅੰਦਰੋਂ। ਕਰ ਕਿਰਪਾ ਮੋਹੇ ਸਾਰੰਗ ਪਾਣੀ। ਸਾਰੰਗ ਹੈ ਬਬੀਹਾ, ਪਾਣੀ ਹੈ ਪਾਣੀ। ਜਿੱਦਾਂ ਬਬੀਹਾ ਪਾਣੀ ਨੂੰ ਲੋਚਦਾ, ਉਹਦਾ ਭਜਨ ਕਰਦਾ ਹੈ। ਕਹਿੰਦਾ ਇੱਦਾਂ ਮੈਂ ਰੱਬ ਦਾ ਭਜਨ ਕਰਨਾ ਹੈ। ਕਰ ਕਰਿਓ ਉਹ ਜਦੋਂ ਸਾਧ ਸੰਗ ਅੰਦਰ ਹੁੰਦਾ ਹੈ, ਉੱਥੇ ਕੀ ਚੀਜ਼ ਹੈ? ਕਰ ਕਿਰਪਾ ਮੋਹੇ ਸਾਰੰਗ ਸਾਰਾ ਸਾਲ ਬਬੀਹਾ ਕੂਕਦਾ ਰਹਿੰਦਾ, ਪੀ ਕਹਾਂ ਪੀ ਕਹਾਂ ਪੀ ਕਹਾਂ। ਏਦਾਂ ਬਿਆਸੀ ਨੇ ਨਾਮ ਜਪੀ ਜਾਣਾ। ਫਿਰ ਉਹ ਸਵੰਤੀ ਬੂੰਦ ਉਹਦੇ ਅੰਦਰ ਅੰਮ੍ਰਿਤ ਦੀ ਆਉਂਦੀ ਹੈ ਔਰ ਬਬੀਹਾ ਸਾਲ ਪਰ ਰੱਜ ਜਾਂਦਾ। ਇਸ ਕਰਕੇ ਮੇਰੇ ਤੇ ਵੀ ਹੁਣ ਅੰਦਰ ਸਾਧ ਸੰਗ ਚ ਆ ਗਿਆ, ਮੈਨੂੰ ਵੀ ਉਹ ਬੂੰਦ ਦੇ ਦੇ। ਕਰ ਕਿਰਪਾ ਮੋਹੇ ਸਾਰੰਗ ਕਹਿੰਦਾ ਮੈਨੂੰ ਤੇ ਸਭ ਤੋਂ ਵੱਡਾ ਖਜ਼ਾਨਾ ਉੱਥੇ ਇਹ ਮਿਲਣਾ ਹੈ ਵੀ ਜਿਹੜੇ ਸੰਤਨ ਹੈ ਬਹੁਤੇ ਸਾਰੇ ਆ ਗਏ, ਇਹ ਹੈ ਜਿਨ੍ਹਾਂ ਦੀ ਚੜ੍ਹਾਈ ਜਾਂ ਕਰਮਖੰਡ ਦੇ ਵਾਸੀ, ਜਿਨ੍ਹਾਂ ਦੀ ਬਾਣੀ ਹੈ ਸਾਡੇ ਚ ਗੁਰੂਆਂ ਭਗਤਾਂ ਦੀ, ਉਹਨਾਂ ਨਾਲ ਇਸ਼ਾਰਾ ਹੈ। ਸੰਤਨ
ਸਰਬ ਨਿਧਾਨ। ਆ ਗਈ ਸਾਬਤ ਪੂੰਜੀ। ਆ ਸਾਧ ਸੰਗ ਦੀ ਬਜਾਏ ਹੁਣ ਸਤਿਗੁਰ ਦਾ ਸੰਗ ਆ ਗਿਆ। ਦੇਖੋ, ਸਾਧ ਸੰਗ ਲਿਖਤਾ, ਸਤਿਗੁਰ ਸੰਗ ਲਿਖਤਾ, ਸੰਤ ਸੰਗ ਲਿਖਤਾ। ਇਹ ਸਾਰੀ ਇੱਕੋ ਹੀ ਸਪਿਰਿਚੁਅਲ ਸਟੇਜ ਹੈ ਜਿੱਥੇ ਸਤਿਗੁਰ ਸਭ ਨੂੰ ਹੀ ਸਾਧ ਕਿਹਾ, ਕੱਲਾ ਜਿੱਥੇ ਹੋਵੇ ਸੰਤ ਕਿਹਾ। ਸਾਰਾ ਆਹ ਦੇਖੋ ਸੰਤਨ, ਉੱਥੇ ਬਹੁਤ ਸਾਰੇ ਗੁਰਸਿੱਖ ਬੈਠੇ ਆ, ਜਾਂ ਉਹਦੀ ਚੜ੍ਹਾਈ ਵਾਲੇ ਸੰਤਨ ਜਿਨ੍ਹਾਂ ਦੀ ਬਾਣੀ ਹੈ ਸਾਡੇ ਕੋਲ। ਸੰਤਨ ਤੂਰੇ ਸਰਬ ਨਿਧਾਨ, ਕਰ ਕਿਰਪਾ ਮੋਹਿ। ਆ ਗਈਆਂ ਆਪਟੀਮਿਸਟਿਕ ਵਿਊ। ਕਿੱਡਾ ਭਿਆਨਕ ਸ਼ਬਦ ਸੀ ਪਿੱਛੇ, ਸਾਰਾ ਕਰ ਰਹੇ ਕਿੱਡਾ ਕਿੱਥੇ ਤੱਕ ਪਹੁੰਚਣਾ ਸੀ। ਕਰ ਕਿਰਪਾ ਮੋਹਿ ਸਾਰੰਗ ਪਾਣੇ, ਇਹ ਸੰਤਨ ਤੂਰੇ। ਤੂਰੇ ਆ ਉਹਨਾਂ ਦੀ ਗਰੀਬੀ, ਮੈਂ ਉਹਨਾਂ ਨਾਲ ਵੀ ਗਰੀਬ ਬਣਾ। ਸਪਿਰਿਚੁਅਲ ਡਸਟ ਵਾਲੀ ਇਸ਼ਾਰਾ ਹੈ। ਸੰਤਨ ਤੂਰੇ ਸਰਬ खजाने मैनू मिल गए। साबत पूंजी, साबत वस्तु देखो आई हुण किहदे संगे, सतगुर संगे, सतगुर संगे। हाँ वै सतगुर जी दी देह नहीं है, तुहाडे अंदर आउणा है। साबत पूंजी सतगुर संगे। ਆਹਾ ਫੇਰ ਜਾਗਦਾ ਨਾਨਕ, ਫੇਰ ਅੰਦਰ ਮਨ ਜਾਗਦਾ। ਨਾਨਕ ਜਾਗੇ ਪਾਰ ਬ੍ਰਹਮ ਰੰਗ ਚ ਜਾਗਦਾ। ਫੇਰ ਮਤਲਬ ਮਨ ਖੜਾ ਹੋ ਗਿਆ। ਪਹਿਲਾਂ ਸੁੱਤਾ ਸੀ, ਬੇਹੋਸ਼ ਪਿਆ ਸੀ। ਨਾਨਕ ਜਾਗੇ ਪਾਰ ਬ੍ਰਹਮ ਰਹਾਉ। ਦੂਜਾ ਆਉਣਾ बड़ा शब्द समझण वाला है। पहला रहाव असी पढ़िया है। कोई को सवाल है कि कौन जागदा है, दूसरे राह से जवाब आया साबत साबत वास्ते अपनी ये पहला रहाव है। दूसरा रहाव के बाद दूजा लफ्ज लिखे आ। देखो अखीर ते आन के रहाव दूजा क्यों है। कौन जागदा है। सो जागे जिस प्रभ किरपाल, रब दे भब्बे नूं औंकड़, किरपाल दे लल्ले नूं औंकड़, ਉਹਨੂੰ ਧਿਆਨ ਚ ਰੱਖਣਾ ਸੀ। ਸੋ ਜਾਗੇ ਜਿਸ ਪ੍ਰਭ ਕਿਰਪਾ, ਇਹ ਪੂੰਜੀ ਸਾਬਤ ਇਹੋ ਮੈਂ ਪੂੰਜੀ ਗਾਣ ਜਾਣੀ ਹੈ ਗਠੜੀ ਬੰਨ ਕੇ। ਇਹ ਪੂੰਜੀ ਸਾਬਤ रहाव दूजा। रहाव तो बाद दो डंडियां 20वां शब्द है इसे चाल दा, और 89 99वां शब्द है इसे चाल दा। देखो किन्ने शब्द पिछे आ एडिटिंग है। एडा वड्डा ज्ञान पिछलियां मेहनत गुरु महाराज ते आप रब ना मिले सी। आप पंजां दे वार थोड़े सी जिन्हां ने ज्ञान दिता। जिन्ने भगतां गुरुआं दा ज्ञान है साडे लिए आया कि दुनिया बच सकेगी इस ज्ञान ना। इस करके पहला रहाव है दूसरा रहाव आया सो जागे जिस प्रभ किरपाल, इस प्रभ ਇਹ ਪੂੰਜੀ
लफ्ज़ों च लिख गए। राहो ही पहला सवाल है, दूसरा जवाब है। और असी शुरू किया सी सोया माया बिस्माद, माया बिस्माद, नैनो नींद पर दृश्य विकार, सरवण सोए सुने नींद तेरा सुना सोई लोग मीठे सारे, मन सोया माया बिस्माद, मन सोया माया बिस्माद। आओ इसे महल्ले दे फिर दर्शन करिए। पन्ना है पेज 387, 387 पन्ना, आसा महला पंजवा। और असी मन नूं प्रबोध करके सारा शब्द लिखिया जिहड़ा सुता पिया है। इस करके आ शब्द कदी किसी ने सुने भी नहीं होने। खंड पाठियां ना कुरली करके बथेरी वारी सुटे होने हैं। तदे कुछ सिख कौम नूं मिल नहीं रहा। बाबे दे 3 स्टैंडिंग ऑर्डरां तो असी उलट जा रहे हैं। बाबा कहंदा पढ़िया ना ही भेद बुझिया पाइए, पढ़ 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 अकली पढ़ के बुझ गए, होर गल्लां शैतान समझे सूझे पढ़ पढ़ बूझे। एडे बाबे दे ऑर्डर होण ਉਹ साथों खंड पाठ कराई जा रहे ने। किते नहीं लिखिया सारी बाणी कौम जागे और इस तरह जागेगी अपने मन नूं जगाउणा। जागरी मन जागण हारे, जागरे मन जागण हारे, जागण हारे मन जागण हारे। देखो गुरु अर्जन पातशाह किदां अपने मन नूं ललकार रहे ने। जागरी मन जागरण हारे, ये माया जो सुता है। जागरे मन जागरण, शब्द खोल के बैठो संचियां लेके। पन्ना है 387 पेज 387। हे जागरे हर अवरन आवस कामा, हे बिन हर अवरन आवसे कामा। झूठा मोह मिथ्या पास, मिथ्या कहते झूठ नूं सब बकवास है सारा ये तेरे नाल नहीं चीज़ां जानी। झूठा मोह मिथ्या पासा, ते मिथ्या मोह मिथ्या मोह मिथ्या पासा, ए जागरे मन जागण हारे, ए जागरे मन जागण हारे। रहाओ लाया ਇਹਦੇ ਤੇ, ਇਹ ਜਾਗਰੇ ਮਨ ਜਾਗਣ ਹਾਰੇ, ਇਹ ਜਾਗਰੇ ਮਨ ਜਾਗਣ ਹਾਰੇ। ਜਿਹੜਾ ਸ਼ਬਦ ਲੈ ਰਿਹਾ ਸੀ ਵੀ ਸਤਿਗੁਰੂ ਬਗੈਰ ਨਹੀਂ ਹੈ ਜਾਗਣਾ। ਅੰਦਰ ਤੇਰੇ ਸਤਿਗੁਰ ਆਉਣਾ ਸ਼ੁਰੂ ਹੋਣਾ, ਫਿਰ ਇਹਨੇ ਜਾਗਣਾ ਸ਼ੁਰੂ ਕਰਨਾ। और इथों ही शब्द शुरू करते हैं। सतगुर अपना सद सदा समारे, सतगुर अपना सद सदा समारे। सतगुर यदि देह नहीं है कितना समारना, ਉਹਦੇ चरण नहीं है।
शब्द जप जप के सब फंक्शन होने हैं। तो गुर के चरण केस संगे जाए, असी केस खोल के ते उहदे चरण जड़ा बाहर सतगुरु या कोई है ये गरीबी है, वो एडी वड्डी तेरे अंदर वो चीज़ आ रही है, उन्हें समझने की कोशिश कर और सदा सदा संभालन की अवस्था तक पहुँच, सिमरन की अवस्था तक। गुर के चरण शब्द रूपी है, हिरदे चरण शब्द सते गुर को जन नानक बांधियो पाल, इहो महला लिख रहा। इस करके गुर के चरण की है शब्द ही है जिहड़ा हिरदे च उतर जांदा, और फिर गुर के केस संग बाहर साधुआं दे इदां पेड़ तो मैं भाई साहब जी झूठी नहीं है गल। बाइबल दे विच जिस वेले क्राइस्ट साहब नूं सूली ते चाढ़ना ही सारे उहदे प्यारे कई वो अपने केसां दे नाल करके केस साधुआं दे हुण चरण धोए जांदे ते पीए जांदे सारे। साडा ये देश नहीं है सतगुरु, उहदे चरण की है शब्द ही है, हिरदे चरण शब्द सतगुर को जन नानक बांधियो पाल, केस संग झारे किए। मैं बहुत गरीब होके नाम जप रहा है। ये सतगुर अपना साथ सदा संभाले, ये सतगुर अपना साथ सदा संभाले। वाहिगुरु 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 वाहिगुरु, ये सतगुर अपना साथ सदा संभाले। हे गुर के चरण केस संगे जाए, हाँ गुर के चरण केस संगे जाए। हे जाग मन जाग हारे, हे जाग मन जाग हारे। ये बिन हारे अवर न आवसे कामा, हे बिन हारे अवर न आवसे कामा। हे झूठा मोह मिथ्या पासारे, मिथ्या मोह झूठा मोह मिथ्या पासारे। रहाओ लाया मिथ्या मोह, वो है अटैचमेंट दुनिया नाल, मिथ्या झूठा मोह मिथ्या पासारे। अगे आउणा स्यों रंग लाए, रंगो या मन अपना, रंगो या मन अपना। हर हर नाम जपो जप रसना, हे हर हर नाम जपो जप रसना। वाहिगुरु 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 वाहिगुरु। हर हर नाम जपो जप रसना, जपो हर हर नाम जपो जप रसना। ਇਹਦੇ ਨਾਲ ਤੈਨੂੰ ਦਰਗਾਹ ਚ ਐਂਟਰ ਹੋਣਾ ਪਏਗਾ, ਤੈਨੂੰ ਰੇਰੇ ਨਹੀਂ ਉੱਥੋਂ ਕੱਢਿਆ ਨਹੀਂ ਤੂੰ ਜਾਏਗਾ। ਇਹ ਹਰ ਹਰ ਨਾਮ ਜਪੋ ਜਪ ਰਸਨਾ, ਹੀਰਾ ਰੰਗ ਹੋਇਆ ਮਨ ਆਪਣਾ। ਇੱਥੇ ਗੁਰ ਕੀ ਬਾਣੀ ਸਿਉ ਰੰਗ ਲਾਏ, ਉਹ ਚੀਜ਼ ਹੈ, ਉਹ ਮਹੱਲਾ ਹੋਇਆ ਮਨ ਆਪਣਾ। ਇਹ ਹਰ ਹਰ ਨਾਮ ਜਪੋ ਜਪ ਰਸਨਾ, रे दरगे कहे ना को, रे दरगे कहे ना को। आओ बैठ आओ बैठ आओ बैठ, आदर शोभ दे जिया नू वेलकम होएगी। अगे आना जिन्हां ने रंग चढ़ा के गां जाते हैं, रंग होया मन अपना, रंग होया मन अपना। हर हर नाम जपो जप रसना,
ਅਸੀਂ ਕਹਿੰਦੇ ਆ ਬਾਣੀ ਤੇ ਹੁਣ ਆਈ ਹੈ ਬਾਬੇ ਨਾਨਕ ਦਾ ਸੋਮਾ ਬਾਬਾ ਨਾਨਕ ਆਇਆ ਔਰ ਸਾਰੇ ਭਗਤ ਆਏ, ਉਹਨਾਂ ਨੇ ਬਾਣੀ ਸਾਨੂੰ ਦਿੱਤੀ। ਰੰਗਾਇਆ ਮਨ ਆਪਣਾ ਇਹ ਹਰ ਹਰ ਨਾਮ ਜਪੋ ਜਪ ਰਸਨਾ ਤੇਰੇ ਦਰਗੇ ਕਹੇ ਨਾ ਕੋ ਆਓ ਬੈਠ ਆਦਰ ਸ਼ੁਭ ਦੇ। ਇਹੋ ਹੀ ਹੈ ਗੁਰ ਕੀ ਬਾਣੀ ਸੋ ਰੰਗ ਲਾਏ, ਗੁਰ ਕੀ ਬਾਣੀ ਸੋ ਰੰਗ ਲਾਏ। ਗੁਰ ਅੱਗੇ ਰਾਰੇ ਨੂੰ ਔਂਕੜ ਦੇਤਾ, ਪਹਿਲੇ ਨੂੰ ਰਾਰੇ ਨੂੰ ਔਂਕੜ ਨਹੀਂ ਹੈ। ਦੇਖ ਗੁਰ ਕੀ ਬਾਣੀ ਸੋ ਰੰਗ ਲਾਏ, ਗੁਰ ਕਿਰਪਾਲ ਹੋਏ ਦੁਖ ਜਾਏ, ਗੁਰ ਕਿਰਪਾਲ ਹੋਏ ਦੁਖ ਜਾਏ। ਉਸ ਗੁਰ ਬਿਨ ਦੂਜਾ ਨਹੀਂ। ਉਹ ਕੌਣ ਹੈ? ਫਿਰ ਰਾਰੇ ਨੂੰ ਔਂਕੜ ਆ ਗਏ। ਗੁਰ ਦਾਤਾ ਗੁਰ ਦੇਵ ਹੈ ਨਾਮ, ਗੁਰ ਦਾਤਾ ਗੁਰ ਦੇਵ ਹੈ ਨਾਮ। ਅੱਗੇ ਸੌ ਵੀ ਲਿਖਤਾ ਉਹ ਗਰਾ, ਉਹ ਜਿਹੜਾ ਗੋਰਾ ਸਾਡਾ ਗੁਰ ਨਾ ਈਸ਼ਰ ਹੈ, ਨਾ ਗੋਰਖ ਹੈ, ਨਾ ਬਰਮਾ, ਗੋਰ ਈਸ਼ਰ ਗੁਰ ਗੋਰ ਸਾਡੇ ਲਿਆ ਗੋਰਾ। ਔਰ ਉਹੀ ਗੋਰ ਪਾਰ ਬ੍ਰਹਮ ਪਰਮੇਸ਼ਰ ਆਪੇ, ਗੁਰ ਪਾਰ ਬ੍ਰਹਮ ਪਰਮੇਸ਼ਰ ਆਪੇ। ਕੋਈ ਫਰਕ ਰਹਿ ਗਿਆ ਹੁਣ? ਗੁਰ 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 ਪਾਰ ਬ੍ਰਹਮ ਪਰਮੇਸ਼ਰ ਆਪੇ, ਬ੍ਰਹਮ ਪਰਮੇਸ਼ਰ ਆਪੇ। ਆਠ ਹੈ ਨਾਨਕ ਗੁਰ ਆਪੇ, ਆਠ ਹੈ ਨਾਨਕ ਗੁਰ। ਰਹਾਉ ਕੀ ਸੀ? ਜਾਗ ਰੇ ਮਨ ਜਾਗਣ ऐसा अगला असी शब्द लेने हैं जो इस शब्द चौंकी का अखीरला शब्द हो। और देखो कोई विरला जागदा है, जागदा ये नहीं भी राती जागे रहना, असी सोना सारा ये उन्होंने वास्ते मन नूं जगाउणा है। इस करके को जागे हर जन, को जागे ਵਿਰਲਾ ਜਨ ਜਾਗਦਾ ਹੈ, ਮਨ ਨੂੰ ਜਗਾਉਂਦਾ ਹੈ। ਕੋ ਜਾਗੇ ਹਰ ਜਨ, ਕੋ ਜਾਗੇ ਹਰ ਜਨ। ਅਸੀਂ ਪੰਜਵੇਂ ਘਰ ਚ ਗਾ ਰਹੇ ਹਾਂ, ਉਸ ਚ ਲਿਖਿਆ ਰਾਗ ਆਸਾ ਘਰ ਪੰਜਵਾਂ ਮਹੱਲਾ ਪੰਜਵਾਂ, ਪੰਨਾ ਹੈ 380 पेज 380। देखो कैसे अजीब शब्द है। को जागे हर जन, को जागे हर जन, को जागे हर जन। एडा मेहरबान है साडा ज्ञान, ਸਾਨੂੰ ਤਪਲਾ ਵੱਜਣਾ ਵੀ ਦੱਸ ਰਿਹਾ ਭਾਈ। ਐਸ ਐਸ ਘਰ ਚ ਗਾਓ। ਪੂਜਾ ਗਏ ਹਰ ਜਨ, ਪੂਜਾ ਗਏ ਹਰ ਜਨ। ਦੁਨੀਆ ਨਾ ਦੇਖ, ਦੁਨੀਆ ਸੁੱਤੀ ਪਈ ਹੈ। ਪਰਮ ਮੈਂ ਸੋਈ ਸਗਲ ਜਗਤ ਤੰਦ ਅੰਧ, ਜਗਤ ਤੰਗ ਅੰਗ। ਪੂਜਾ ਹਰ ਜਨ, ਪੂਜਾ ਹਰ ਜਨ। ਪਰਮ ਮੈਂ ਸੋਈ ਸਗਲ ਜਗਤ ਤੰਗ ਅੰਗ, ਪੂਜਾ ਹਰ ਜਨ।
ਜਾਗਦਾ ਹੈ। ਕਾਹਦੇ ਨਾਲ ਜਾਗਦਾ ਹੈ? ਇੱਕ ਆਖੇ ਸ਼ਬਦ ਪਾਖੈ ਅਰਦੇ ਉਰਦ ਦਿਨ ਰਾਤੇ। ਇੱਕ ਆਖੇ ਸ਼ਬਦ ਪਾਖੈ ਅਰਦ ਉਰਦ ਦਿਨ ਰਾਤੇ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਮੋਖਿਉ ਚਲ ਸਦਾ ਸੁਖੀ ਸਦਾ ਸੁਖੀ ਸਦਾ ਸੁਖੀ ਨਾਨਕ ਸਿਮਰਤ ਏਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।